Good morning students. Now we will discuss the topic number 5th of 18th chapter. ਅੱਜ ਆਪਾਂ ਗੱਲ ਕਰਨੀ ਹੈ ਨੀਤੀ ਆਯੋਗ ਬਾਰੇ। ਠੀਕ ਹੈ, ਨੀਤੀ ਆਯੋਗ ਦੀ ਫੁੱਲ ਫਾਰਮ ਕੀ ਆ? ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਇਹਦਾ ਮਤਲਬ ਹੈਗਾ ਕਿ ਭਾਰਤ ਤਬਦੀਲੀ ਲਈ ਰਾਸ਼ਟਰੀ ਸੰਸਥਾ। ਨੀਤੀ ਆਯੋਗ ਇੱਕ ਇਹੋ ਜਿਹੀ ਸੰਸਥਾ ਜਿਹਦੇ ਨਾਲ ਕੀ ਆ ਭਾਰਤ ਦੀਆਂ ਨੀਤੀਆਂ ਦੇ ਵਿੱਚ, ਠੀਕ ਹੈ, ਇਹਨਾਂ ਦੇ ਕੰਮ ਕਰਨ ਦੇ ਉਦੇਸ਼ਾਂ ਦੇ ਵਿੱਚ ਕੀ ਆ ਤਬਦੀਲੀ ਆਉਂਦੀ ਆ। ਆਪਾਂ ਨੂੰ ਪਤਾ ਵੀ ਇਸ ਤੋਂ ਪਹਿਲਾਂ ਆਪਾਂ 1991 ਦੀ ਪੋਲਿਸੀਜ਼ ਪਲੈਨਿੰਗ ਕਮਿਸ਼ਨ ਪੜ੍ਹ ਚੁੱਕੇ ਹਾਂ। ਆਪਾਂ ਇਹ ਵੀ ਪੜ੍ਹ ਲਿਆ ਕਿ 5 ਈਅਰ ਪਲਾਨਸ ਨੂੰ ਕਿਹਦੇ ਨਾਲ ਰੀਪਲੇਸ ਕੀਤਾ ਗਿਆ? ਨੀਤੀ ਆਯੋਗ ਦੇ ਨਾਲ। ਠੀਕ ਹੈ, ਦੇਖੋ ਕਹਿੰਦੇ 1 ਜਨਵਰੀ 2015 ਦੇ ਵਿੱਚ ਯੂਨੀਅਨ ਕੈਬਨਿਟ ਨੇ ਇਹਨੂੰ ਕੀਆ ਬਣਾਇਆ ਨੀਤੀ ਆਯੋਗ ਨੂੰ। ਠੀਕ ਹੈ, ਕਹਿੰਦੇ ਨੀਤੀ ਆਯੋਗ ਇਜ਼ ਆ ਪ੍ਰੀਮੀਅਰ ਪੋਲਿਸੀ। ਨੀਤੀ ਆਯੋਗ ਇੱਕ ਇਹੋ ਜਿਹੀ ਪ੍ਰੀਮੀਅਰ ਪੋਲਿਸੀ ਹੈ, ਮਤਲਬ ਇਹੋ ਜਿਹੀ ਪਹਿਲੀ ਪੋਲਿਸੀ ਆਫ ਦਾ ਗਵਰਨਮੈਂਟ ਆਫ ਇੰਡੀਆ। ਕਹਿੰਦੇ ਭਾਰਤੀ ਸਰਕਾਰ ਦੀ ਇੱਕ ਅਜਿਹੀ ਪਹਿਲੀ ਨੀਤੀ ਹੈ ਜਿਹਨੂੰ ਕਿ ਥਿੰਕ ਟੈਂਕ ਕਿਹਾ ਜਾਂਦਾ, ਵਿਚਾਰ ਕੁੰਡ ਕਿਹਾ ਜਾਂਦਾ। ਹੁਣ ਥਿੰਕ ਟੈਂਕ ਦਾ ਮਤਲਬ ਕੀ ਹੁੰਦਾ? ਦੇਖੋ ਕਹਿੰਦੇ ਥਿੰਕ ਟੈਂਕ ਦਾ ਮਤਲਬ ਹੁੰਦਾ ਇੱਕ ਗਰੁੱਪ ਹੁੰਦਾ ਐਕਸਪਰਟੀਜ਼ ਦਾ, ਮਤਲਬ ਉਹਦੇ ਵਿੱਚ ਐਕਸਪਰਟਸ ਹੁੰਦੇ ਆ, ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮਾਹਿਰ ਸ਼ਾਮਿਲ ਹੁੰਦੇ ਆ। ਠੀਕ ਹੈ, ਉਹਨਾਂ ਦਾ ਇੱਕ ਗਰੁੱਪ ਹੁੰਦਾ ਜੋ ਕੀ ਪ੍ਰੋਵਾਈਡ ਕਰਦੇ ਆ? ਆਪਣੇ ਆਈਡੀਆਜ਼ ਪ੍ਰੋਵਾਈਡ ਕਰਦੇ ਆ, ਐਡਵਾਈਸ ਪ੍ਰੋਵਾਈਡ ਕਰਦੇ ਆ, ਤਾਂ ਕਿ ਜਿਹੜੇ ਸੋਸ਼ਲ ਪੋਲੀਟੀਕਲ ਅਤੇ ਇਕਨੋਮਿਕ ਪ੍ਰੋਬਲਮਸ ਆ ਜਾਂ ਇਸ਼ੂਜ਼ ਆ, ਠੀਕ ਹੈ, ਉਹਨਾਂ ਨੂੰ ਕੀ ਆ ਆਪਾਂ ਹੱਲ ਕਰ ਸਕੀਏ। ਠੀਕ ਹੈ, ਉਹਨਾਂ ਨੂੰ ਸੋਲਵ ਕਰ ਸਕੀਏ। ਸੋ ਇਹਨਾਂ ਨੂੰ ਕਿਹਾ ਜਾਂਦਾ ਵੀ ਨੀਤੀ ਆਯੋਗ ਇੱਕ ਤਰ੍ਹਾਂ ਦਾ ਥਿੰਕ ਟੈਂਕ ਆ, ਵਿਚਾਰ ਕੁੰਡ ਆ। ਠੀਕ ਹੈ, ਹੁਣ ਆਪਾਂ ਨੂੰ ਪਤਾ ਕਿ ਜਿਹੜਾ ਪਲੈਨਿੰਗ ਕਮਿਸ਼ਨ ਨੂੰ ਕਿਹਦੇ ਨਾਲ ਰੀਪਲੇਸ ਕੀਤਾ ਗਿਆ ਸੀ? ਨੀਤੀ ਆਯੋਗ ਦੇ ਨਾਲ। ਇਹਦਾ ਮੁੱਖ ਏਮ ਕੀ ਆ? ਇਨਵੋਲਵਸ ਸਟੇਟਸ, ਮਤਲਬ ਜਿਹੜੇ ਰਾਜ ਆ, ਆਪਾਂ ਨੂੰ ਪਤਾ ਆਪਣੇ ਇੰਡੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਰਾਜ ਆ। ਠੀਕ ਹੈ, ਰਾਜਾਂ ਦੇ ਵਿੱਚ ਵੰਡਿਆ ਗਿਆ। ਸੋ ਕੀ ਆ ਜਿਹੜੀ ਸੈਂਟਰਲ ਗੌਰਮੈਂਟ ਆ, ਠੀਕ ਹੈ, ਨੈਸ਼ਨਲ ਗੌਰਮੈਂਟ ਦਾ ਆਪਾਂ ਕਹਿ ਸਕਦੇ ਹਾਂ ਵੀ ਉਹ ਕੀ ਕਰਨਾ ਚਾਹੁੰਦੀ ਸੀ ਵੀ ਰਾਜ ਦੀਆਂ ਸਰਕਾਰਾਂ ਵੀ ਇਹਦੇ ਵਿੱਚ ਹਿੱਸਾ ਲੈਣ। ਸੋ ਨੀਤੀ ਆਯੋਗ ਨੇ ਜਿਹੜੀਆਂ ਰਾਜ ਦੀਆਂ ਸਰਕਾਰਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰ ਲਿਆ। ਇਟ ਵਿਲ ਬੀ ਪ੍ਰੋਵਾਈਡਿੰਗ ਸਟ੍ਰੈਟਜੀਜ਼ ਐਂਡ ਟੈਕਨੀਕਲ ਐਡਵਾਈਸ ਟੂ ਦਾ ਸੈਂਟਰ ਐਂਡ ਦਾ ਸਟੇਟ ਗੌਰਮੈਂਟ। ਕਹਿੰਦੇ ਜਿਹੜੀ ਨੀਤੀ ਆਯੋਗ ਆ ਇਹੋ ਜਿਹੀ ਨੀਤੀ ਆਯੋਗ ਇਹੋ ਜਿਹਾ ਮਤਲਬ ਸੰਸਥਾ ਜਿਹਦੇ ਵਿੱਚ ਕੀ ਹੈ ਟੈਕਨੀਕਲ ਐਡਵਾਈਸ ਜਾਂ ਸਲਾਹਾਂ ਜਾਂ ਨੀਤੀਆਂ ਦਿੱਤੀਆਂ ਜਾਂਦੀਆਂ ਕਿਹਨੂੰ? ਸੈਂਟਰ ਗੌਰਮੈਂਟ ਨੂੰ ਅਤੇ ਸਟੇਟ ਦੀਆਂ ਗੌਰਮੈਂਟਸ ਨੂੰ। ਠੀਕ ਹੈ, ਤਾਂ ਕਿ ਉਹ ਸਹੀ ਢੰਗ ਦੇ ਨਾਲ ਆਪਣਾ ਕੰਮ ਕਰ ਸਕਣ। ਨੀਤੀ ਆਯੋਗ ਇੱਕ ਇਹੋ ਜਿਹਾ ਪਲੇਟਫਾਰਮ ਆ, ਕਹਿੰਦੇ ਨੀਤੀ ਆਯੋਗ ਇੱਕ ਇਹੋ ਜਿਹਾ ਪਲੇਟਫਾਰਮ ਆ ਜਿਹਦੇ 'ਤੇ ਸਟੇਟ ਐਂਡ ਸੈਂਟਰ ਗੌਰਮੈਂਟਸ ਐਕਟ ਟੂਗੈਦਰ। ਕਹਿੰਦੇ ਜਿਹਦੇ ਵਿੱਚ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰਾਂ ਆਪਸ ਦੇ ਵਿੱਚ ਮਿਲ ਕੇ ਮੇਲ ਜੋਲ ਦੇ ਨਾਲ ਸਾਰੇ ਕੰਮ ਕੰਪਲੀਟ ਕਰਦੀਆਂ। ਇਸ ਤੋਂ ਅੱਗੇ ਆਪਾਂ ਇਹਦੇ ਸਟਰਕਚਰ ਆਫ ਨੀਤੀ ਆਯੋਗ ਦੀ ਗੱਲ ਕਰਦੇ ਹਾਂ ਵੀ ਇਹਦਾ ਸਟਰਕਚਰ ਕਿਹੋ ਜਿਹਾ, ਇਹਦੀ ਸੰਰਚਨਾ ਕਿਹੋ ਜਿਹੀ ਆ। ਦਾ ਆਯੋਗ ਇਜ਼ ਮੋਡਲਡ, ਕਹਿੰਦੇ ਇੱਕ ਇਹੋ ਜਿਹਾ ਮਾਡਲ ਆ, ਇੱਕ ਜਾਂ ਫਿਰ ਐਜ਼ ਅ ਨੈਟਵਰਕ ਆਫ ਐਕਸਪਰਟੀਜ਼। ਮਤਲਬ ਇਹ ਕਿਹਦਾ ਨੈਟਵਰਕ ਆ? ਕਹਿੰਦੇ ਜਿਹੜੇ ਮਾਹਿਰ ਹੁੰਦੇ ਆ ਉਹਨਾਂ ਦਾ ਨੈਟਵਰਕ ਆ। ਠੀਕ ਹੈ, ਜਿਹੜੇ ਕੀ ਆ ਫੋਕਸ ਕਰਦੇ ਆ ਕੰਮ ਕਰਨ ਦੇ ਵਿੱਚ। ਠੀਕ ਹੈ, ਇਹਦੇ ਵਿੱਚ ਲਚਕ ਹੁੰਦੀ ਆ ਅਤੇ ਜਿਹੜੀ ਡੋਮੇਨ ਦਾ ਮਤਲਬ ਹੁੰਦਾ ਕੋਈ ਵੀ ਸਬਜੈਕਟ ਵਿਸ਼ਾ, ਮਤਲਬ ਆਪਣੇ ਕਿਸੇ ਵੀ ਵਿਸ਼ੇ 'ਚ ਵਿਚਾਰ ਵਟਾਂਦਰਾ ਕਰਨਾ। ਠੀਕ ਹੈ, ਉਹਦੇ 'ਤੇ ਕੰਮ ਕਰਦੇ ਆ। ਠੀਕ ਹੈ, ਨੀਤੀ ਆਯੋਗ। ਇਸ ਤੋਂ ਬਿਨਾਂ ਆਪਾਂ ਸਟਰਕਚਰ ਦਾ ਮਤਲਬ ਹੁੰਦਾ ਵੀ ਇਹਦੇ ਵਿੱਚ ਕਿੰਨੇ ਮੈਂਬਰਸ ਨੇ, ਠੀਕ ਹੈ, ਕੌਣ ਇਹਨਾਂ ਨੂੰ ਨਿਯੁਕਤ ਕਰਦਾ ਅਤੇ ਕਿੰਨੇ ਰਾਜਾਂ ਦੀਆਂ ਸਰਕਾਰਾਂ ਜਾਂ ਰਾਜ ਦੇ ਕਿਹੜੇ ਪ੍ਰਦੇਸ਼ਾਂ ਦੇ ਕੀ ਹੈ ਕੈਬਨਿਟਸ ਹੁੰਦੇ ਆ ਇਹਦੇ ਵਿੱਚ। ਦੇਖੋ ਕਹਿੰਦੇ ਚੇਅਰਮੈਨ, ਕਹਿੰਦੇ ਜਿਹੜੇ ਨੀਤੀ ਆਯੋਗ ਆ ਉਹਦਾ ਚੇਅਰਮੈਨ ਕੌਣ ਹੁੰਦਾ? PM, ਮਤਲਬ ਪ੍ਰਾਈਮ ਮਿਨਿਸਟਰ ਆਫ ਇੰਡੀਆ। ਜਿਵੇਂ ਹੁਣ ਮੋਦੀ ਆ, ਇਹ ਕੌਣ ਆ? ਨੀਤੀ ਆਯੋਗ ਦੇ ਕੀ ਆ ਚੇਅਰਮੈਨ ਆ। ਠੀਕ ਹੈ, ਅੱਗੇ ਆ ਗਵਰਨਿੰਗ ਕੌਂਸਲ। ਜਿਹੜੀ ਗਵਰਨਿੰਗ ਕੌਂਸਲ ਹੁੰਦੀ ਹੈ ਕਹਿੰਦੇ ਉਹਦੇ ਵਿੱਚ ਚੀਫ ਮਿਨਿਸਟਰਸ ਆਫ ਆਲ ਸਟੇਟਸ, ਕਹਿੰਦੇ ਮੁੱਖ ਮੰਤਰੀ ਹੁੰਦੇ ਆ ਕਿਹਨਾਂ ਦੇ ਜਿਹੜੇ ਆਪਣੇ ਵੱਖ-ਵੱਖ ਆਪਣੇ ਰਾਜ ਹੁੰਦੇ ਆ। ਠੀਕ ਹੈ, ਜਿਵੇਂ ਆਪਣੇ ਪੰਜਾਬ ਰਾਜ ਦਾ ਮੁੱਖ ਮੰਤਰੀ ਹੋ ਗਿਆ, ਉਹ ਚਲਿਆ ਜਾਂਦਾ ਇਹਦੇ ਵਿੱਚ। ਜਾਂ ਫਿਰ ਕਹਿੰਦੇ ਜਿਹੜੇ ਯੂਨੀਅਨ ਟੈਰੀਟਰੀਜ਼ ਹੁੰਦੀਆਂ, ਠੀਕ ਹੈ, ਉਹਦੇ ਕੀ ਆ ਲੈਫਟੀਨੈਂਟ ਗਵਰਨਰ ਇਹਦੇ ਵਿੱਚ ਸ਼ਾਮਿਲ ਹੁੰਦੇ ਆ। ਇਸ ਤੋਂ ਅੱਗੇ ਕੀ ਹੈ ਰੀਜਨਲ ਕਾਉਂਸਲਿੰਗ। ਇਹਦੇ ਵਿੱਚ ਕੀ ਆ ਦੀਜ਼ ਵਿਲ comprise of CM and Lieutenant Governors of the Union Territory, which will be mandate to develop plans that are regional specific. ਕਹਿੰਦੇ ਇਸ ਦੇ ਵਿੱਚ ਜਿਹੜੀ ਰੀਜਨਲ ਕਾਉਂਸਲਿੰਗ ਹੁੰਦੀ ਆ, ਠੀਕ ਆ, ਪ੍ਰਦੇਸ਼ੀ ਕੌਂਸਲ ਹੁੰਦੀ ਆ, ਉਹਦੇ ਵਿੱਚ ਕਹਿੰਦੇ ਉਸ ਰਾਜ ਦੇ CM ਅਤੇ ਲੈਫਟੀਨੈਂਟ ਗਵਰਨਰ ਜਾਂਦੇ ਆ ਜਿਹਦੇ ਦੇਸ਼ ਦੀ ਜਾਂ ਪ੍ਰਦੇਸ਼ ਦੀ
ਆਪਾਂ ਰਾਜ ਦੀ ਕਹਿ ਸਕਦੇ ਹਾਂ, ਠੀਕ ਹੈ, ਡਿਵੈਲਪਮੈਂਟ ਦੇ ਪਲਾਨਸ ਬਣਦੇ ਆ, ਠੀਕ ਹੈ, ਉਹ ਜੋ ਕਿ ਇੱਕ ਸਪੈਸੀਫਿਕ ਰੀਜ਼ਨ ਦੇ ਲਈ ਕੀ ਆ ਕਾਉਂਸਲ ਕੀਤੀ ਜਾਂਦੀ ਹੈ। ਉਹਦੇ ਵਿੱਚ ਉਹੀ ਸਪੈਸੀਫਿਕ ਕੀ ਆ ਲੈਫਟੀਨੈਂਟ ਤੇ CM ਜਾਂਦੇ ਆ ਜੋ ਉਸ ਰਾਜ ਦੇ ਨਾਲ ਸੰਬੰਧਿਤ ਹੁੰਦੇ ਆ। ਇਸ ਤੋਂ ਅੱਗੇ ਕੀ ਆ ਸਪੈਸ਼ਲ ਇਨਵਾਈਟੀਜ਼, ਖਾਸ ਸੱਦਾ ਕਿਹਨੂੰ ਦਿੱਤਾ ਜਾਂਦਾ, ਕਹਿੰਦੇ ਔਨ ਦਾ PM ਇਨਵੀਟੇਸ਼ਨ, ਕਹਿੰਦੇ ਜਿਹੜਾ ਆਪਣੇ ਪ੍ਰਾਈਮ ਮਿਨਿਸਟਰ ਹੁੰਦਾ ਦੇਸ਼ ਦਾ, ਠੀਕ ਹੈ, ਉਹਦੇ ਜੇ ਉਹ ਬੁਲਾਉਂਦਾ ਕਿਸੇ ਨੂੰ, ਠੀਕ ਹੈ, ਉਹ ਕਿਹਨੂੰ ਬੁਲਾ ਸਕਦਾ, ਉਹਦੇ ਸੱਦੇ 'ਤੇ ਹੋਰ ਕੌਣ ਜਾ ਸਕਦਾ, ਕਹਿੰਦੇ ਸਪੈਸ਼ਲਿਸਟ ਜਾ ਸਕਦੇ ਆ, ਠੀਕ ਹੈ, ਉਹ ਬੁਲਾ ਸਕਦੇ ਆ ਹੋਰ ਜਿਹੜੇ ਉਹ ਵਿਸ਼ੇ ਨਾਲ ਸੰਬੰਧਿਤ ਚਰਚਾ ਕਰ ਸਕਣ, ਠੀਕ ਹੈ, ਜਾਂ ਉਹਦੇ ਨਾਲ ਕੀ ਹੋ ਜਾਂਦਾ ਜਿਹੜਾ ਪਲੈਨਿੰਗ ਪ੍ਰੋਸੈਸ ਆ ਉਹ ਤੇਜ਼ ਹੋ ਜਾਂਦਾ, ਠੀਕ ਹੈ, ਮੇਕਿੰਗ ਐਕਸਟੈਂਸਿਵ ਯੂਜ਼ਸ ਆਫ ਟੈਕਨੋਲੋਜੀ ਇਨ ਡਿਵੈਲਪਿੰਗ ਸਬਸਟੇਨੇਬਲ, ਠੀਕ ਹੈ, ਜਿਹੜੀ ਡਿਵੈਲਪਿੰਗ ਦੇ ਲਈ ਕਹਿੰਦੇ ਜਿਹੜੀ ਵੀ ਟੈਕਨੀਕ ਯੂਜ਼ ਕੀਤੀ ਜਾਂਦੀ ਆ ਉਹਦੇ ਵਿੱਚ ਵਾਧਾ ਕਰਨ ਦੇ ਲਈ ਕੀ ਆ ਉਹਨਾਂ ਦੀ ਸਲਾਹ ਲੈਣ ਲਈ ਕਿਸੇ ਖਾਸ ਸੱਦੇ 'ਤੇ ਹੀ ਬਾਕੀ ਮੈਂਬਰਸ ਜਾਂ ਸਪੈਸ਼ਲਿਸਟ ਆ ਸਕਦੇ ਆ, ਠੀਕ ਹੈ। ਇਸ ਤੋਂ ਬਿਨਾਂ ਕਹਿੰਦੇ ਫੁੱਲ ਟਾਈਮ ਔਰਗਨਾਈਜੇਸ਼ਨਲ ਫਰੇਮਵਰਕ, ਕਹਿੰਦੇ ਪੂਰੇ ਸਮੇਂ ਵਾਲੀ ਸੰਸਥਾਤਮਕ ਸੰਰਚਨਾ ਕਿਹੜੀ ਹੁੰਦੀ ਹੈ ਜਿਹੜੀ ਪੂਰੇ ਸਮੇਂ ਦੇ ਵਿੱਚ ਇਹਦੇ ਵਿੱਚ ਮੈਂਬਰਸ ਰਹਿੰਦੇ ਹੀ ਰਹਿੰਦੇ ਆ, ਠੀਕ ਹੈ। ਦੇਖੋ ਫਸਟ ਤੋਂ ਪਹਿਲਾਂ ਕੀ ਹੁੰਦਾ, ਇੱਕ ਜਿਹੜੇ ਫੁੱਲ ਟਾਈਮ ਦੇ ਲਈ ਇਹਦੇ ਵਿੱਚ ਮੈਂਬਰਸ ਹੁੰਦੇ ਹੀ ਹੁੰਦੇ ਆ। ਦੇਖੋ ਵਾਈਸ ਚੇਅਰਪਰਸਨ ਹੁੰਦਾ ਜੋ ਨੋਮੀਨੇਟ ਕੀਤਾ ਜਾਂਦਾ PM ਦੁਆਰਾ, ਠੀਕ ਹੈ, ਚੁਣਿਆ ਜਾਂਦਾ ਇਹ। ਇਸ ਤੋਂ ਬਾਅਦ ਫੁੱਲ ਟਾਈਮ ਮੈਂਬਰਸ ਇਹਦੇ ਵਿੱਚ 7 ਤੋਂ ਲੈ ਕੇ 8 ਤੱਕ ਮੈਂਬਰਸ ਹੋ ਸਕਦੇ ਆ ਫੁੱਲ ਟਾਈਮ, ਠੀਕ ਹੈ। ਪਾਰਟ ਟਾਈਮ ਮਤਲਬ ਕੁਝ ਸਮੇਂ ਦੇ ਲਈ ਆਪਾਂ ਕਹਿ ਸਕਦੇ ਹਾਂ ਕਿਹੜੇ ਮੈਂਬਰਸ ਹੋ ਸਕਦੇ, ਉਹ ਕਹਿੰਦੇ 2 ਹੁੰਦੇ ਆ ਵੱਧ ਤੋਂ ਵੱਧ, ਠੀਕ ਹੈ, ਜਿਹੜੇ ਪਾਰਟ ਟਾਈਮ ਹੁੰਦੇ ਆ ਉਹ ਬਹੁਤ ਰਿਸਰਚਰ ਹੁੰਦੇ ਆ, ਬਹੁਤ ਵਧੀਆ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਵੀ ਮੇਜਰ ਯੂਨੀਵਰਸਿਟੀਆਂ ਉਹਨਾਂ ਤੋਂ ਆਏ ਹੁੰਦੇ ਆ, ਠੀਕ ਹੈ, ਜਿਨ੍ਹਾਂ ਨੂੰ ਬਹੁਤ ਸਾਰੀ ਨੌਲੇਜ ਹੁੰਦੀ ਆ ਉਹ ਪਾਰਟ ਟਾਈਮ ਮੈਂਬਰਸ ਰੱਖੇ ਜਾਂਦੇ ਆ। ਇਸ ਤੋਂ ਬਿਨਾਂ ਐਕਸ ਆਫਿਸਿਕੋ ਮੈਂਬਰਸ, ਇਹਦੇ ਵਿੱਚ ਸਾਬਕਾ ਸਰਕਾਰੀ ਮੈਂਬਰਸ ਕਿਹੜੇ ਹੁੰਦੇ ਆ, ਠੀਕ ਹੈ, ਜਿਹੜੇ ਸਾਬਕਾ ਮਤਲਬ ਹੁੰਦਾ ਜਿਹੜੇ ਪੁਰਾਣੇ ਰਹਿ ਚੁੱਕੇ ਹੁੰਦੇ ਆ, ਕਹਿੰਦੇ ਇਹ 4 ਰੱਖੇ ਜਾਂਦੇ ਆ, ਇਹ ਵੀ ਕੀ ਆ ਨੋਮੀਨੇਟ ਕੀਤੇ ਜਾਂਦੇ ਆ PM ਦੁਆਰਾ, ਠੀਕ ਹੈ, ਪ੍ਰਧਾਨ ਮੰਤਰੀ ਦੁਆਰਾ। ਇਸ ਤੋਂ ਬਿਨਾਂ ਜਿਹੜੇ ਚੀਫ ਐਗਜ਼ੀਕਿਊਟਿਵ ਆਫਿਸਰ ਕਿਹੜੇ ਹੁੰਦੇ ਆ, ਉਹ ਮੁੱਖ ਕਾਰਜਕਾਰੀ ਆਫਿਸਰ ਜਿਹਨੂੰ CEO ਵੀ ਕਿਹਾ ਜਾਂਦਾ, ਠੀਕ ਹੈ, ਇਹ PM ਦੁਆਰਾ ਇੱਕ ਫਿਕਸਡ ਟਾਈਮ ਪੀਰੀਅਡ ਦੇ ਲਈ ਰੱਖਿਆ ਜਾਂਦਾ CEO, ਠੀਕ ਹੈ। ਇਸ ਤੋਂ ਬਿਨਾਂ ਜਿਹੜੇ ਸਕੱਤਰ ਹੁੰਦੇ ਆ ਕਹਿੰਦੇ ਉਹਨਾਂ ਨੂੰ ਤਾਂ ਹੀ ਚੁਣਿਆ ਜਾਂਦਾ ਇਫ ਡੀਮਡ ਨੈਸੈਸਰੀ, ਕਹਿੰਦੇ ਜੇਕਰ ਜ਼ਰੂਰਤ ਪਏ ਤਾਂ ਹੀ ਜਿਹੜੇ ਸਕੱਤਰ ਆ ਉਹਨੂੰ ਚੁਣਿਆ ਜਾਂਦਾ, ਠੀਕ ਹੈ। ਹੁਣ ਅੱਗੇ ਆਪਾਂ ਪੜ੍ਹ ਸਕਦੇ ਹਾਂ ਮੇਨਲੀ ਕਹਿੰਦੀ ਇਹਦੇ 2 ਹਬਸ ਹੁੰਦੀਆਂ ਨੀਤੀ ਆਯੋਗ ਦੇ ਸਟਰਕਚਰ ਦੀਆਂ। ਇੱਕ ਹਬ ਹੁੰਦੀ ਆ ਫਸਟ ਟੀਮ ਇੰਡੀਆ ਹਬ ਅਤੇ ਸੈਕਿੰਡ ਹੁੰਦੀ ਆ ਦਾ ਨੌਲੇਜ ਐਂਡ ਇਨੋਵੇਸ਼ਨ, ਠੀਕ ਹੈ। ਜਿਹੜੀ ਟੀਮ ਇੰਡੀਆ ਹੱਬ ਆ ਉਹਦੇ ਵਿੱਚ ਜਿਹੜੀ ਸੈਂਟਰ ਗੌਰਮੈਂਟ ਹੁੰਦੀਆਂ ਅਤੇ ਸਟੇਟ ਗੌਰਮੈਂਟ ਹੁੰਦੀਆਂ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ, ਠੀਕ ਹੈ, ਕਿਉਂਕਿ ਉਹ ਟੀਮ ਆ ਇਹਦੇ ਵਿੱਚ ਕੀ ਆ ਸੈਂਟਰ ਗੌਰਮੈਂਟ ਵੀ ਹੋਊਗੀ ਅਤੇ ਸਟੇਟ ਗੌਰਮੈਂਟ ਵੀ। ਇਸ ਤੋਂ ਬਿਨਾਂ ਜਿਹੜੀ ਨੌਲੇਜ ਐਂਡ ਇਨੋਵੇਸ਼ਨਸ ਆ, ਠੀਕ ਹੈ, ਨੌਲੇਜ ਮਤਲਬ ਕੀ ਆ ਜਾਣਕਾਰੀ, ਇਨੋਵੇਸ਼ਨਸ ਮਤਲਬ ਖੋਜਾਂ ਕਰਨੀਆਂ, ਕੌਣ ਕਰਦਾ, ਆਪਾਂ ਨੂੰ ਪਤਾ ਵੀ ਇਹਦੇ ਵਿੱਚ ਸਪੈਸ਼ਲਿਸਟ ਅਤੇ ਜਿਹੜੇ ਮਾਹਰ ਹੁੰਦੇ ਆ ਉਹੀ ਹੁੰਦੇ ਆ, ਠੀਕ ਹੈ। ਇਹਦਾ ਕੀ ਕੰਮ ਹੁੰਦਾ, ਥਿੰਕ ਟੈਂਕ ਮਤਲਬ ਇਹ ਇੱਕ ਵਿਚਾਰ ਕੁੰਡ ਹੁੰਦਾ ਜਿਹਨੂੰ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਇਸ ਤੋਂ ਅੱਗੇ ਆਪਾਂ ਵਿਜ਼ਨ ਐਂਡ ਆਬਜੈਕਟਿਵਸ ਆਫ ਨੀਤੀ ਆਯੋਗ ਕਰਦੇ ਹਾਂ, ਦਰਸ਼ਨ ਅਤੇ ਇਹਦੇ ਕਿਹੜੇ ਉਦੇਸ਼ ਨੇ, ਠੀਕ ਹੈ। ਦੇਖੋ ਫਸਟ ਕੀ ਆ ਬੇਸਡ ਔਨ ਬਲੀਫ ਸਟਰੋਂਗ ਸਟੇਟ ਐਂਡ ਸਟਰੋਂਗ ਸੈਂਟਰ, ਕਹਿੰਦੇ ਜੇ ਕਿਸੇ ਕੋਈ ਵੀ ਦੇਸ਼ ਆ ਉਹਦੇ ਜਿਹੜੀਆਂ ਰਾਜ ਸਰਕਾਰਾਂ ਸਟਰੋਂਗ ਹੋਣਗੀਆਂ ਤਾਂ ਹੀ ਜਿਹੜੀ ਉਹਦੀ ਸੈਂਟਰ ਗੌਰਮੈਂਟ ਆ ਉਹ ਸਟਰੋਂਗ ਹੋਊਗੀ। ਸੋ ਆਪਾਂ ਪੜ੍ਹਿਆ ਵੀ ਨੀਤੀ ਆਯੋਗ ਇਹਨਾਂ ਦੇ ਵਿੱਚ ਕੀ ਆ ਕਿਹਨੂੰ ਪ੍ਰਮੋਟ ਕਰਦੀ ਆ, ਕੋਆਪਰੇਟਿਵ ਨੂੰ, ਮਤਲਬ ਇਹਨਾਂ ਵਿੱਚ ਜਿਹੜਾ ਮੇਲ ਜੋਲ ਆ, ਠੀਕ ਹੈ, ਫੈਡਰਲਿਜ਼ਮ ਆ, ਸੰਘਵਾਦ ਆ, ਉਹਨਾਂ ਦਾ ਵਧਾਉਂਦੀ ਆ, ਠੀਕ ਹੈ, ਇਹਨੂੰ ਪ੍ਰਮੋਟ ਕਰਦੀ ਆ, ਠੀਕ ਹੈ, ਇਹਦਾ ਫਸਟ ਉਦੇਸ਼ ਆ। ਅਗਲੀ ਹੈ ਜਿਹੜੀ ਇਹਦੀਆਂ ਪੋਲਿਸੀ ਪਲੈਨਿੰਗਸ ਆ ਉਹ ਲੌਂਗ ਟਰਮ ਦੇ ਲਈ ਹੁੰਦੀਆਂ, ਲੰਬੇ ਸਮੇਂ ਦੇ ਲਈ ਹੁੰਦੀਆਂ, ਜੋ ਸੋਸ਼ਲ ਜਿਹੜਾ ਇਕਨੋਮਿਕ ਡਿਵੈਲਪਮੈਂਟ ਆ ਉਹਨੂੰ ਪ੍ਰਮੋਟ ਕਰਦੀਆਂ, ਉਹਦੇ ਵਿੱਚ ਵਾਧਾ ਕਰਨ ਦੇ ਵਿੱਚ ਮਦਦ ਕਰਦੀਆਂ, ਠੀਕ ਹੈ। ਅੱਗੇ ਆ ਜਿਹੜੇ ਪਲੈਨਿੰਗ ਪ੍ਰੋਸੈਸ ਆ ਇਹਨਾਂ ਦਾ ਪਲੈਨਿੰਗ ਦਾ ਪ੍ਰੋਸੈਸ ਆ, ਠੀਕ ਹੈ, ਉਹ ਇਨਕਰੇਜ ਕਰਦਾ ਇਨੋਵੇਸ਼ਨਸ ਨੂੰ, ਖੋਜਾਂ ਨੂੰ, ਨੌਲੇਜ ਨੂੰ, ਠੀਕ ਹੈ, ਜਾਣਕਾਰੀ ਨੂੰ, ਅਤੇ ਇੰਟਰਪ੍ਰੈਨਿਓਰੀਅਲ ਥਿੰਕਿੰਗ ਇਹਦਾ ਮਤਲਬ ਹੁੰਦਾ ਵੀ ਇੰਟਰਪ੍ਰੈਨਿਓਰੀਅਲ ਥਿੰਕਿੰਗ ਦਾ ਮਤਲਬ ਹੁੰਦਾ ਕਿ ਉੱਦਮੀ ਸੋਚ, ਜਿਹੜਾ ਗਾਂਹ ਵਧਾਉਣ ਵਾਲੀ ਸੋਚ ਹੁੰਦੀ ਹੈ, ਠੀਕ ਹੈ। ਆਪਾਂ ਕਹਿ ਦਿੰਦੇ ਬਿਜ਼ਨਸ ਚਲਾਉਣ ਲਈ ਆਪਾਂ ਨੂੰ ਉੱਦਮੀ ਸੋਚ ਚਾਹੀਦੀ ਆ, ਉਹਨੂੰ ਕੀ ਆ ਇਨਕਰੇਜ ਕਰਦਾ, ਠੀਕ ਹੈ, ਨੀਤੀ ਆਯੋਗ ਆ। ਇਸ ਤੋਂ ਅੱਗੇ ਆ ਏਮਿੰਗ ਟੂ ਫੈਸਿਲਿਟੇਟ ਗ੍ਰੇਟਰ ਇੰਟਰ ਡਿਪਾਰਟਮੈਂਟ ਐਂਡ ਇੰਟਰ ਸੈਕਟਰ ਕੋਆਰਡੀਨੇਟ। ਦੇਖੋ ਕਹਿੰਦੇ
ਇਹਦੇ ਵਿੱਚ ਕੀ ਆ ਕਹਿੰਦੇ ਇਹ ਆਪਣੇ ਜਿਹੜੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੀ ਫੈਸਿਲਿਟੀ ਦੇਣ ਲਈ ਠੀਕ ਹੈ ਵੱਧ ਤੋਂ ਵੱਧ ਕਿਹਦੇ ਵਿੱਚ ਕੋਆਪਰੇਟਿਵ ਨੂੰ ਵਧਾਉਂਦਾ ਇੰਟਰ ਡਿਪਾਰਟਮੈਂਟ ਤੇ ਇੰਟਰ ਸੈਕਟਰ ਡਿਪਾਰਟਮੈਂਟ ਦੇ ਵਿੱਚ ਮੇਲ ਜੋਲ ਨੂੰ ਵਾਧਾ ਕਰਦਾ ਉਹਦੀਆਂ ਜਿਹੜੀਆਂ ਸਾਰੀਆਂ ਵੀ ਟੂ ਅਵੋਇਡ ਬੋਟਲਨੈਕ ਮਤਲਬ ਜਿਹੜੀਆਂ ਸਾਰੀਆਂ ਪ੍ਰੋਬਲਮਸ ਹੁੰਦੀਆਂ ਉਹਨੂੰ ਕੀ ਆ ख़त्म कर ਦਿੰਦਾ ਇਨ ਸਮੂਥ ਪੋਲਿਸੀ ਇੰਪਲੀਮੈਂਟੇਸ਼ਨ ਮਤਲਬ ਤਾਂ ਕਿ ਜਿਹੜੀ ਪੋਲਿਸੀ ਆ ਉਹ ਸਮੂਥ ਵੇ ਦੇ ਨਾਲ ਇੰਪਲੀਮੈਂਟ ਹੋ ਜਾਵੇ ਇਸ ਤੋਂ ਅੱਗੇ ਆ ਕਿ ਜਿਹੜਾ ਟੈਕਨੋਲੋਜੀ ਅਪਗ੍ਰੇਸ਼ਨ ਆ ਮਤਲਬ ਟਾਈਮ ਦੇ ਨਾਲ ਜਿਹੜੀ ਟੈਕਨੋਲੋਜੀ ਚੇਂਜ ਹੁੰਦੀ ਜਾਵੇ ਅਪਗ੍ਰੇਡ ਆਈ ਜਾਵੇ ਠੀਕ ਹੈ ਉਹਦੇ ਵਿੱਚ ਜਾਂ ਕਪੈਸਿਟੀ ਬਿਲਡਿੰਗ ਆ ਜਾਂ ਸਮਰੱਥਾ ਵਧਾਉਣੀ ਆ ਉਹਨਾਂ ਦੀ ਉਹਦੇ ਨਾਲ ਕੀ ਹੋਊਗਾ ਵਿਲ ਬੀ ਇਨਕਰਜ ਟੂ ਪ੍ਰਮੋਟ ਐਫੀਸ਼ੀਐਂਟ ਇੰਪਲੀਮੈਂਟੇਸ਼ਨ ਆਫ ਪ੍ਰੋਗਰਾਮ ਇਨੀਸ਼ੀਏਟਿਵ ਕਹਿੰਦੇ ਜਿਹੜੇ ਪ੍ਰੋਗਰਾਮਸ ਬਣਦੇ ਆ ਉਹਦੇ ਵਿੱਚ ਉਹ ਕੀ ਆ ਕੁਸ਼ਲਤਾ ਦੇ ਨਾਲ ਲਾਗੂ ਹੋ ਜਾਣਗੇ ਜੇਕਰ ਜਿਹੜੀਆਂ ਕੀ ਆ ਜਿਹੜੀਆਂ ਟੈਕਨੋਲੋਜੀ ਅਪਗ੍ਰੇਸ਼ਨਸ ਹੁੰਦੀਆਂ ਰਹਿਣਗੀਆਂ ਠੀਕ ਹੈ ਇਸ ਤੋਂ ਅੱਗੇ ਆਪਾਂ ਇਹਦੇ ਫੰਕਸ਼ਨਸ ਨੂੰ डिस्कस करांगे ਕਹਿੰਦੇ ਨੀਤੀ ਆਯੋਗ ਦੇ ਜਿਹੜੇ ਫੰਕਸ਼ਨਸ ਆ ਇਹਦੇ ਕੰਮ ਆ ਇਹਨੂੰ 4 ਕੀ ਆ ਹੈੱਡ ਪਾਰਟਸ ਦੇ ਵਿੱਚ ਕੀ ਆ ਡਿਵਾਈਡ ਕੀਤਾ ਜਾਂਦਾ ਠੀਕ ਹੈ 4 ਮੇਨ ਹੈੱਡਸ ਦੇ ਵਿੱਚ ਪਹਿਲਾ ਹੈਗਾ ਡਿਜ਼ਾਈਨ ਪਾਲਿਸੀ ਐਂਡ ਪ੍ਰੋਗਰਾਮ ਫਰੇਮਵਰਕ ਪਹਿਲਾਂ ਕੀ ਆ ਜਿਹੜੀ ਵੀ ਪਾਲਿਸੀ ਬਣਾਈ ਜਾਂਦੀ ਹੈ ਉਹਦਾ ਡਿਜ਼ਾਈਨ ਕੀਤਾ ਜਾਂਦਾ ਫਿਰ ਇਹਦੇ ਪ੍ਰੋਗਰਾਮਸ ਬਣਾਏ ਜਾਂਦੇ ਆ ਵੀ ਕਿੱਦਾਂ ਆਪਾਂ ਇਹਨੂੰ ਇੰਪਲੀਮੈਂਟ ਕਰਨਾ ਲਾਗੂ ਕਰਨਾ ਤੇ ਉਹਦਾ ਫਰੇਮਵਰਕ ਬਣਾਇਆ ਜਾਂਦਾ ਇਸ ਤੋਂ ਅੱਗੇ ਕੀ ਆ ਫੋਸਟਰ ਕੋਆਪਰੇਟਿਵ ਫੈਡਰਲਿਜ਼ਮ ਮਤਲਬ ਸੰਘਵਾਦ ਹੁੰਦਾ ਜਿਹੜਾ ਕਿ ਮੇਲ ਜੋਲ ਹੁੰਦਾ ਉਹਦਾ ਕੋਆਪਰੇਟਿਵ ਫੋਸਟਰ ਦਾ ਮਤਲਬ ਹੁੰਦਾ ਉਹਦਾ ਪਾਲਣ ਪੋਸ਼ਣ ਕਰਦਾ ਮਤਲਬ ਜਿਹੜਾ ਸਹਿਕਾਰੀ ਸੰਘਵਾਦ ਆ ਉਹਦਾ ਪਾਲਣ ਪੋਸ਼ਣ ਕਰਦਾ ਵਾ ਠੀਕ ਹੈ ਮੋਨੀਟਰਿੰਗ ਐਂਡ ਇਵੈਲੂਏਸ਼ਨ ਮੋਨੀਟਰਿੰਗ ਮਤਲਬ ਦੇਖਦਾ ਇਹ ਵੀ ਕਿੱਦਾਂ ਦੀ ਨੀਤੀ ਆ ਇਸ ਤੋਂ ਬਾਅਦ ਕੀ ਆ ਉਹਦੀ ਇਵੈਲੂਏਸ਼ਨ ਕਰਦਾ ਉਹਦੀ ਜਾਂਚ ਕਰਦਾ ਠੀਕ ਹੈ ਥਿੰਕ ਟੈਂਕ ਮਤਲਬ ਇਹਦੇ ਵਿੱਚ ਵਿਚਾਰ ਕੁੰਡ ਹੁੰਦਾ ਠੀਕ ਹੈ ਉਹਦਾ ਕੰਮ ਕਰਦਾ ਤੇ ਨੌਲੇਜ ਐਂਡ ਇਨੋਵੇਸ਼ਨ ਹੱਬ ਹੁੰਦੀ ਹੈ ਇੱਕ ਤਰ੍ਹਾਂ ਦੀ ਠੀਕ ਹੈ ਜਿਹਦੇ ਨਾਲ ਕੀ ਆ ਪਾਲਿਸੀਜ਼ ਨੂੰ ਵਧੀਆ ਢੰਗ ਦੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਇਸ ਤੋਂ ਅੱਗੇ ਦੇਖੋ ਡਿਫਰੈਂਸ ਬਿਟਵੀਨ ਦਾ ਨੀਤੀ ਆਯੋਗ ਐਂਡ ਦਾ ਪਲੈਨਿੰਗ ਕਮਿਸ਼ਨ ਇਹਨਾਂ ਦੇ ਵਿੱਚ ਕੀ ਡਿਫਰੈਂਟ ਆ ਕਹਿੰਦੇ ਨੀਤੀ ਆਯੋਗ ਦੇ ਵਿੱਚ ਤੇ ਪਲੈਨਿੰਗ ਕਮਿਸ਼ਨ ਦੇ ਵਿੱਚ ਠੀਕ ਹੈ ਦੇਖੋ ਇੱਕ ਸਾਈਡ ਤੇ ਪੈਰਾਮੀਟਰਸ ਦਿੱਤੇ ਹੋਏ ਆ ਇੱਥੇ ਨੀਤੀ ਆਯੋਗ ਐਂਡ ਪਲੈਨਿੰਗ ਕਮਿਸ਼ਨ ਕਹਿੰਦੇ ਨੀਤੀ ਆਯੋਗ ਕੀ ਹੈ ਇੱਕ ਇਹੋ ਜਿਹੀ ਐਡਵਾਈਜ਼ਰੀ ਬੋਡੀ ਆ ਜਾਂ ਫਿਰ ਇਹਨੂੰ ਆਪਾਂ ਥਿੰਕ ਟੈਂਕ ਵੀ ਕਹਿ ਸਕਦੇ ਹਾਂ ਜੋ ਪਹਿਲਾਂ ਪੜ੍ਹ ਚੁੱਕੇ ਆ ਠੀਕ ਹੈ ਇਹ ਕੀ ਕਰਦੀ ਹੈ ਇਹਨੂੰ ਕਿਹਦੇ ਨੀਤੀ ਆਯੋਗ ਨੂੰ ਕਿਹਦੇ ਦੁਆਰਾ ਕੀ ਆ ਫੰਡ ਪ੍ਰਦਾਨ ਕੀਤੇ ਜਾਂਦੇ ਆ ਫਾਈਨੈਂਸ ਮਿਨਿਸਟਰ ਦੁਆਰਾ ਠੀਕ ਹੈ ਜਿਹੜਾ ਪਲੈਨਿੰਗ ਕਮਿਸ਼ਨ ਹੁੰਦਾ ਇਹਦੋਂ ਉਲਟ ਕਹਿੰਦੇ ਪਲੈਨਿੰਗ ਕਮਿਸ਼ਨ ਦੁਆਰਾ ਜਿਹੜੇ ਕਹਿੰਦੇ ਸਟੇਟਸ ਗਵਰਨਮੈਂਟ ਹੁੰਦੀਆਂ ਜਾਂ ਮੰਤਰੀ ਹੁੰਦੇ ਆ ਮਿਨਿਸਟਰਸ ਹੁੰਦੇ ਆ ਉਹਨਾਂ ਨੂੰ ਕੀ ਆ ਪਲੈਨਿੰਗ ਕਮਿਸ਼ਨ ਦੁਆਰਾ ਪੈਸੇ ਫੰਡਸ ਦਿੱਤੇ ਜਾਂਦੇ ਆ ਇਸ ਤੋਂ ਬਾਅਦ ਕੀ ਆ ਦਾ ਮੈਂਬਰ ਆਫ ਫੁੱਲ ਟਾਈਮ ਮੈਂਬਰਸ ਇਜ਼ ਲੈਸ ਦੈਨ ਪਲੈਨਿੰਗ ਕਮਿਸ਼ਨ ਜਿਹੜੀ ਨੀਤੀ ਆਯੋਗ ਦੇ ਵਿੱਚ ਕਹਿੰਦੇ ਪਲੈਨਿੰਗ ਕਮਿਸ਼ਨ ਦੇ ਨਾਲੋਂ ਘੱਟ ਮੈਂਬਰਸ ਹੁੰਦੇ ਆ ਤੇ ਇਹਦੇ ਵਿੱਚ ਜਿਹੜੇ ਪਲੈਨਿੰਗ ਕਮਿਸ਼ਨ ਹੈਡ 8 ਫੁੱਲ ਟਾਈਮ ਮੈਂਬਰਸ ਇਹਦੇ ਵਿੱਚ 8 ਇਹੋ ਜਿਹੇ ਮੈਂਬਰ ਹੁੰਦੇ ਆ ਜੋ ਫੁੱਲ ਟਾਈਮ ਦੇ ਲਈ ਹੁੰਦੇ ਆ ਠੀਕ ਹੈ ਇਸ ਤੋਂ ਅੱਗੇ ਜਿਹੜੀ ਸਟੇਟ ਗਵਰਨਮੈਂਟਸ ਆ ਉਹਨਾਂ ਦੀ ਕੀ ਆ ਇਹਨਾਂ ਦਾ ਰੋਲ ਕੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦਾ ਸਿਰਫ ਮੀਟਿੰਗ ਵਗੈਰਾ ਤੇ ਜਿਹੜੀ ਸਟੇਟ ਗਵਰਨਮੈਂਟਸ ਆ ਉਹਨਾਂ ਦਾ ਰੋਲ ਇਹਦੇ ਵਿੱਚ ਹੁੰਦਾ ਠੀਕ ਹੈ ਇਹਦੇ ਵਿੱਚ ਕੀ ਆ ਇਹਦੇ ਵਿੱਚ CEO ਹੁੰਦਾ ਠੀਕ ਹੈ ਜੋ PM ਦੁਆਰਾ ਕੀ ਆ ਅਪੁਆਇੰਟ ਕੀਤਾ ਜਾਂਦਾ ਇਸ ਵਿੱਚ ਕੀ ਆ ਸਕੱਤਰ ਜਿਹੜੇ ਹੁੰਦੇ ਆ ਠੀਕ ਹੈ ਸਕੱਤਰ ਆਪਾਂ ਕਹਿ ਦਿੰਦੇ ਆ ਜਾਂ ਫਿਰ ਹੋਰ ਤਰ੍ਹਾਂ ਦੇ ਮੈਂਬਰਸ ਹੁੰਦੇ ਆ ਉਹ ਕਿਹਦੇ ਦੁਆਰਾ ਅਪਾਇੰਟ ਕੀਤੇ ਜਾਂਦੇ ਆ ਕਹਿੰਦੇ ਇੱਕ ਆਮ ਪ੍ਰਕਿਰਿਆ ਦੁਆਰਾ ਚੁਣੇ ਜਾਂਦੇ ਆ ਠੀਕ ਹੈ ਆਮ ਪ੍ਰਕਿਰਿਆ ਹੋ ਜਾਂਦੀ ਉਹਦੇ ਦੁਆਰਾ ਚੁਣੇ ਜਾਂਦੇ ਆ ਪਰ ਇਹਦੇ ਵਿੱਚ CEO ਆ ਕੀ ਆ ਸਿਰਫ ਪ੍ਰਾਈਮ ਮਿਨਿਸਟਰ ਹੀ ਚੁਣਦਾ ਵਾ ਇਸ ਤੋਂ ਅੱਗੇ ਆ to have a member of part time member depending on the need of time to time ਕਹਿੰਦੇ ਜਿਹੜਾ ਪਾਰਟ ਟਾਈਮ ਮੈਂਬਰ ਆ ਉਹਦੀ ਲੋੜ ਉਹਦੀ ਹੁੰਦੀ ਹੈ ਕਹਿੰਦੇ ਇਹ ਕਿਹਦੇ ਤੇ ਡਿਪੈਂਡ ਕਰਦਾ ਟਾਈਮ ਟੂ ਟਾਈਮ ਕਹਿੰਦੇ ਜੇ ਉਹ ਟਾਈਮ ਤੇ ਇਹਨੂੰ ਲੋੜ ਆ ਤਾਂ ਹੀ ਕੀ ਆ ਪਾਰਟ ਟਾਈਮ ਮੈਂਬਰਸ ਚੁਣੇ ਜਾਂਦੇ ਆ ਪਲੈਨਿੰਗ ਕਮਿਸ਼ਨ ਹੈਡ ਪ੍ਰੋਵੀਜ਼ਨ ਫॉर ਪਾਰਟ ਟਾਈਮ ਮੈਂਬਰਸ ਕਹਿੰਦੇ ਯੋਜਨਾ ਕਮਿਸ਼ਨ ਦੇ ਵਿੱਚ ਅੱਧੇ ਸਮੇਂ ਵਾਲੇ ਜਿਹੜੇ ਮੈਂਬਰਸ ਹੁੰਦੇ ਆ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ ਮਤਲਬ ਉਹਨਾਂ ਨੂੰ ਨਹੀਂ ਲਿਆ ਜਾਂਦਾ ਇਸ ਤਰ੍ਹਾਂ ਇਹ ਆਪਣਾ ਚੈਪਟਰ ਇੱਥੇ ਫਿਨਿਸ਼ ਹੋ ਜਾਂਦਾ ਥੈਂਕ ਯੂ ਸਟੂਡੈਂਟਸ